ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਇਸ ਵੇਲੇ ਦਾ ਖਾਸ ਨਿਊਜ਼ ਬੁਲੇਟਿਨ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਇਸ ਬੁਲੇਟਿਨ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਚਰਚਾ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰਾਂਗੇ। ਪੰਜਾਬ ਦੀ ਸਿਆਸਤ 'ਚ ਵੱਡੀ ਤਰਥੱਲੀ ਨਵਜੋਤ ਸਿੰਘ ਸਿੱਧੂ ਨੇ ਪਾ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਾਰੇ ਮੁੱਦਿਆਂ ਦੇ ਵਿੱਚੋਂ ਬਾਹਰ ਨਿਕਲਦਿਆਂ ਪੰਜਾਬ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮਜ਼ਬੂਤ ਕਰਨ ਦੇ ਲਈ ਵੱਡਾ ਕਦਮ ਚੁੱਕਿਆ ਗਿਆ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਚ ਤਾਕਤਾਂ ਵੰਡ ਦਿੱਤੀਆਂ ਗਈਆਂ ਨੇ ਕਾਰਜਕਾਰੀ ਪ੍ਰਧਾਨਾਂ ਦੇ ਵਿਚਕਾਰ। ਨਵਜੋਤ ਸਿੰਘ ਸਿੱਧੂ ਦੇ ਨਾਲ ਜੋ ਕਾਰਜਕਾਰੀ ਪ੍ਰਧਾਨ ਲਗਾਏ ਗਏ ਸੀ, ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਤਾਕਤਾਂ ਦੇ ਦਿੱਤੀਆਂ ਨੇ। ਜੀ ਹਾਂ, ਮਾਝਾ, ਮਾਲਵਾ ਤੇ ਦੁਆਬੇ ਦੇ ਵਿੱਚ ਵੰਡ ਕੇ ਉਹਨਾਂ ਨੂੰ ਤਾਕਤਾਂ ਦੇ ਦਿੱਤੀਆਂ ਗਈਆਂ ਨੇ। ਕੁਲਜੀਤ ਸਿੰਘ ਨਾਗਰਾ ਤੇ ਪਵਨ ਗੋਇਲ ਨੂੰ ਮਾਲਵਾ ਤੇ ਪੁਆਧ ਦਾ ਇਲਾਕਾ ਦੇ ਦਿੱਤਾ ਗਿਆ, ਜਿਸ ਦੇ ਵਿੱਚ ਉਹ ਆਪਣੀ ਕਾਰਜਸ਼ੈਲੀ ਕਰਕੇ ਸਾਰੇ ਵਰਕਰਾਂ ਅਤੇ ਵਲੰਟੀਅਰਸ ਨੂੰ ਇਕੱਠਾ ਕਰਨਗੇ। ਉਧਰ ਦੂਜੇ ਪਾਸੇ ਜੇਕਰ ਦੁਆਬੇ ਦੀ ਗੱਲ ਕਰੀਏ, ਦੁਆਬੇ ਦੇ ਵਿੱਚੋਂ ਸੰਗਤ ਸਿੰਘ ਗਿਲਜੀਆਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਤੇ ਉਧਰ ਮਾਝੇ ਦੇ ਵਿੱਚ ਸੁਖਵਿੰਦਰ ਡੈਣੀ, ਬਹੁਤ ਵੱਡਾ ਨਾਮ ਨੇ ਡੈਣੀ ਨੂੰ ਵੀ ਜ਼ਿੰਮੇਵਾਰੀ ਮਾਝੇ ਦੀ ਸੌਂਪ ਦਿੱਤੀ ਗਈ ਹੈ। ਮਾਝੇ ਤੋਂ ਡੈਣੀ ਆਉਂਦੇ ਨੇ, ਦੁਆਬੇ ਦੇ ਵਿੱਚੋਂ ਗਿਲਜੀਆਂ ਆਉਂਦੇ ਨੇ ਤੇ ਮਾਲਵੇ ਦੇ ਵਿੱਚ ਵੱਡਾ ਰਸੂਖ ਰੱਖਦੇ ਨੇ ਕੁਲਜੀਤ ਸਿੰਘ ਨਾਗਰਾ ਤੇ ਪਵਨ ਗੋਇਲ। ਉਹਨਾਂ ਨੂੰ ਜ਼ਿੰਮੇਵਾਰੀ ਇਸ ਇਲਾਕੇ ਦੀ ਸੌਂਪ ਦਿੱਤੀ ਗਈ ਹੈ। ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਨੇ ਕੁਲਜੀਤ ਸਿੰਘ ਨਾਗਰਾ, ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਸੋ ਇਸ ਦੇ ਉੱਤੇ ਗੱਲਬਾਤ ਦੇ ਲਈ ਪਹਿਲਾਂ ਸਿੱਧਾ ਚੱਲਾਂਗੇ ਸੁਰਿੰਦਰ ਡੱਲਾ ਹੋਣਾ ਦੇ ਕੋਲ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਲੇਸ਼ ਦੇ ਉੱਤੇ ਵੀ ਚਰਚਾ ਕਰਾਂਗੇ। ਹਰੀਸ਼ ਰਾਵਤ ਪੰਜਾਬ ਆ ਰਹੇ ਨੇ ਥੋੜੇ ਦਿਨਾਂ ਦੇ ਵਿੱਚ। ਪੰਜਾਬ ਆ ਕੇ ਹਰੀਸ਼ ਰਾਵਤ ਦੇ ਵੱਲੋਂ ਸਾਰੇ ਕਲੇਸ਼ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਹਰੀਸ਼ ਰਾਵਤ ਦੇ ਵੱਲ ਵਧਣ ਤੋਂ ਪਹਿਲਾਂ ਸੁਰਿੰਦਰ ਡੱਲਾ ਹੋਣਾ ਦਾ ਪ੍ਰਤੀਕਰਮ ਲਵਾਂਗੇ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜੋ ਸਾਰੀ ਚਰਚਾ ਦੇ ਵਿੱਚੋਂ ਇਹ ਨਵੀਂ ਖਬਰ ਨਿਕਲ ਕੇ ਆਈ? ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਵਿਰੋਧੀਆਂ ਦੇ ਦਾਅ ਪੇਚਾਂ ਤੋਂ ਬਾਅਦ ਇੱਕ ਨਵਾਂ ਸਰਗਰਮੀ ਭਰਿਆ ਐਲਾਨ ਕਰ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਤਾਕਤਾਂ ਵੰਡ ਦਿੱਤੀਆਂ ਨੇ ਕੰਮ ਕਰਨ ਦੀਆਂ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਨੂੰ? ਦੇਖੋ, ਬਹੁਤ ਵੱਡੇ ਫੈਸਲੇ ਹੋਏ ਨੇ ਪੋਲੀਟੀਕਲ ਤੌਰ ਤੇ। ਪੰਜਾਬ ਦੀ ਸਿਆਸਤ 'ਚ ਇਹਨਾਂ ਦਾ ਬਹੁਤ ਵੱਡਾ ਅਸਰ ਜਾਏਗਾ। ਸੁਖਵਿੰਦਰ ਡੈਣੀ ਹੋਣੀ ਐਮਐਲਏ ਵੀ ਨੇ, ਰਾਹੁਲ ਗਾਂਧੀ ਦੀ ਟੀਮ 'ਚੋਂ ਇਹਨਾਂ ਨੂੰ ਮੰਨਿਆ ਜਾਂਦਾ ਔਰ ਇਹਨਾਂ ਨੂੰ ਵੀ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਸੀ। ਔਰ ਹੁਣ ਇਹਨਾਂ ਨੂੰ ਜ਼ਿਆਦਾ ਫੋਕਸ ਹੈ ਜਿਹੜਾ ਇਹ ਮਾਝੇ ਤੇ ਕਰਨਗੇ, ਕਿਉਂਕਿ ਮਾਝੇ ਤੇ ਬਹੁਤ ਵੱਡੀ ਜਿਹੜੀ ਕਾਂਗਰਸ ਅੱਗੇ ਚੁਣੌਤੀ ਰਹਿੰਦੀ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਪਿਛਲੇ ਸਮਿਆਂ 'ਚ ਮਾਝੇ ਤੇ ਇਹਨਾਂ ਦਾ ਦਬਦਬਾ ਰਿਹਾ। ਨਵਜੋਤ ਸਿੰਘ ਸਿੱਧੂ ਉਹਨਾਂ ਦਾ ਤਾਂ ਜਦੋਂ ਤੋਂ ਅਟਲ ਬਿਹਾਰੀ ਵਾਜਪੇਈ ਉਹਨਾਂ ਨੇ ਉਹਨਾਂ ਨੂੰ ਚੋਣ ਲੜਾਈ ਹੈ ਅੰਮ੍ਰਿਤਸਰ ਤੋਂ, ਉਸ ਦਿਨ ਤੋਂ ਹੀ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਤਾਂ ਬਹੁਤ ਹਰਮਨ ਪਿਆਰ ਤਾਂ ਉੱਥੇ ਲੋਕਾਂ 'ਚ। ਔਰ ਹੁਣ ਸੁਖਵਿੰਦਰ ਡੈਣੀ ਮਾਝੇ ਦੇ ਵਿੱਚ ਕਾਂਗਰਸ ਦੀਆਂ ਸਰਗਰਮੀਆਂ ਇੰਚਾਰਜ ਦੇ ਤੌਰ ਦੇ ਉੱਤੇ ਜ਼ਿਆਦਾ ਨਿਭਾਉਣਗੇ ਔਰ ਗਿਲਜੀਆਂ ਸਾਹਿਬ ਦੀ ਡਿਊਟੀ ਦੁਆਬਾ 'ਚ ਜ਼ਿਆਦਾ ਸਰਗਰਮੀ ਨਾਲ ਰਹੇਗੀ। ਹਾਲਾਂਕਿ ਗਿਲਜੀਆਂ ਸਾਹਿਬ ਨੇ ਵੀ ਕਾਰਜਕਾਰੀ ਪ੍ਰਧਾਨ ਤਾਂ ਪੂਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੈ ਹੀ ਨੇ, ਪਰ ਉਹ ਦੁਆਬੇ ਦੇ ਵਿੱਚ ਵੀ ਉਹਨਾਂ ਨੇ ਆਪਣੀ ਜ਼ਿਆਦਾ ਸਰਗਰਮੀ ਵਧਾਉਣੀ ਹੈ ਔਰ ਗਿਲਜੀਆਂ ਉਹਨਾਂ ਦਾ ਵੀ ਆਪਣਾ ਚੰਗਾ ਦੁਆਬੇ ਦੇ ਵਿੱਚ ਪ੍ਰਭਾਵ ਹੈ। ਔਰ ਪਵਨ ਗੋਇਲ ਔਰ ਕੁਲਜੀਤ ਨਾਗਰਾ ਹੋਰੀ ਨੇ ਜਿਹੜੇ, ਇਹਨਾਂ ਬਾਰੇ ਵੀ ਜਿਹੜੀਆਂ ਜ਼ਿੰਮੇਵਾਰੀਆਂ ਆਈਆਂ ਨੇ ਕਿ ਮਾਲਵੇ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਹੈ, ਕਿਉਂਕਿ ਮਾਲਵੇ ਦੇ ਵਿੱਚ ਵੀ ਗਹਿ ਗੱਚ ਲੜਾਈ ਹੋਣੀ ਹੈ ਸਿਆਸੀ ਤੌਰ ਤੇ। ਮੈਨੂੰ ਇਹ ਲੱਗਦਾ ਕਿ ਮਾਲਵੇ ਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਬਸਪਾ ਔਰ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ, ਬੀਜੇਪੀ ਦਾ ਮੁਕਾਬਲਾ ਤਕੜਾ ਹੋਣਾ ਸਾਰਿਆਂ ਦਾ। ਸੋ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਵਕਤ ਆਪਣੀ ਆਪਣੀ ਰਣਨੀਤੀ ਬਣਾ ਰਹੀਆਂ ਨੇ ਔਰ ਬਤੌਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਲਗਾਤਾਰ ਫੈਸਲੇ ਲੈ ਰਹੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਤਬਦੀਲੀਆਂ ਦੇ ਨਾਲ ਕਾਂਗਰਸ ਦਾ ਸੰਗਠਨ ਜ਼ਿਆਦਾ ਪ੍ਰਭਾਵੀ ਤੌਰ ਤੇ ਕੰਮ ਕਰ ਪਾਊਗਾ। ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੇ ਲਈ। ਤੇ ਹੁਣ ਵਧਾਂਗੇ ਹਰੀਸ਼ ਰਾਵਤ ਹੋਣਾ ਦੇ ਵੱਲ। ਪੰਜਾਬ ਦੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਆਉਣ ਵਾਲੇ ਦਿਨਾਂ 'ਚ ਪੰਜਾਬ ਆਉਣਗੇ, ਕਿਉਂਕਿ ਹਰੀਸ਼ ਰਾਵਤ ਦੇ ਵੱਲੋਂ ਕੱਲ ਬੀਤੇ ਦਿਨ ਹੀ ਤੜਕਸਾਰ ਹੀ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਜੋ ਪੰਜਾਬ ਦੇ ਵਿੱਚ ਬਿਆਨਬਾਜ਼ੀਆਂ ਚੱਲ ਰਹੀਆਂ ਨੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ 'ਚ ਘਰੇਲੂ ਕਲੇਸ਼ ਚੱਲ ਰਿਹਾ ਹੈ, ਇਸ ਘਰੇਲੂ ਕਲੇਸ਼ ਨੂੰ ਮੁਕਾਉਣ ਦੇ ਲਈ ਹੁਣ ਹਰੀਸ਼ ਰਾਵਤ ਪੰਜਾਬ ਆਉਣਗੇ। ਹਰੀਸ਼ ਰਾਵਤ ਦੀ ਡਿਊਟੀ ਪੰਜਾਬ ਦੇ ਵਿੱਚ ਆਉਣ ਦੇ ਲਈ ਲਾ ਦਿੱਤੀ ਗਈ ਹੈ ਹਾਈ ਕਮਾਨ ਦੀ ਵੱਲੋਂ। ਆਉਣ ਵਾਲੇ 1 ਜਾਂ 2 ਦਿਨਾਂ ਦੇ ਵਿੱਚ ਹਰੀਸ਼ ਰਾਵਤ ਪੰਜਾਬ ਆਉਣਗੇ ਤੇ ਉਧਰ ਬੀਤੇ ਦਿਨੀ ਮੀਟਿੰਗਾਂ ਦਾ ਦੌਰ ਸ਼ੁਰੂ ਵੀ ਕਰ ਦਿੱਤਾ ਗਿਆ ਹਰੀਸ਼ ਰਾਵਤ ਦੇ ਵੱਲੋਂ। ਚਰਨਜੀਤ ਚੰਨੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਹੁਣ ਪੰਜਾਬ ਆਉਣਗੇ। ਇਸ ਤੋਂ ਬਾਅਦ ਹਰੀਸ਼ ਰਾਵਤ ਪੰਜਾਬ ਆ ਕੇ ਵਲੰਟੀਅਰਾਂ ਤੱਕ ਪਹੁੰਚਣਗੇ, ਵਰਕਰਾਂ ਤੱਕ ਪਹੁੰਚਣਗੇ ਤੇ ਉਹਨਾਂ ਦੇ ਦਿਲ ਦੀ ਗੱਲ ਪੁੱਛਣਗੇ ਕਿ ਆਖਿਰਕਾਰ ਉਹ ਕੀ ਚਾਹੁੰਦੇ ਨੇ। ਉਸ ਤੋਂ ਬਾਅਦ ਉਹ ਆਪਣੇ ਪੱਧਰ ਦੇ ਉੱਤੇ ਕੰਮ ਕਰਕੇ ਵਿਖਾਉਣਗੇ। सब ठीक रहेगा, सब सामान्य है स्थिति और अधिक सामान्य और सब लोग काम पर जुटे हैं, उसके लिए वातावरण बनाए। लेकिन रावत साहब, जिस तरीके से अभी थोड़ी देर पहले जो है चरण सिंह चन्नी ने मुलाकात करी है, क्या पंजाब कांग्रेस का
चीज़ें ठीक हो पाएंगी? अरे मुलाकात करने मंत्री लोग आते हैं, अपने विभाग के काम से भी आते हैं। मुझसे तो मुलाकात नहीं हुई उनकी, लेकिन आते हैं, वो एक सामान्य प्रक्रिया है। सर पंजाब कब जा रहे हैं आप? मैं शायद 31 को जाऊँ। ਉਧਰ ਬੀਤੇ ਦਿਨੀ ਹਰਿਆਣਾ ਦੇ ਵਿੱਚ ਕਿਸਾਨਾਂ ਤੇ ਹੋਏ ਅਣਮਨੁੱਖੀ ਲਾਠੀ ਚਾਰਜ ਨੂੰ ਲੈ ਕੇ ਹਰ ਪਾਸੇ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦੇ ਉੱਤੇ ਇਸ ਅਣਮਨੁੱਖੀ ਤਸ਼ੱਦਦ ਨੂੰ ਵੇਖਦਿਆਂ ਹਰ ਪਾਸੇ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਦੇ ਖਿਲਾਫ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋਇਆ। ਬੀਤੀ ਸ਼ਾਮ ਜਦੋਂ ਹੀ ਕਿਸਾਨ ਆਗੂਆਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਜਿੱਥੇ ਵੀ ਹੋ ਉੱਥੇ ਹੀ ਜਾਮ ਕਰ ਦਿੱਤਾ ਜਾਏ। ਇਸ ਦਾ ਪ੍ਰਭਾਵ ਇੰਨੇ ਵੱਡੇ ਪੱਧਰ ਦੇ ਉੱਤੇ ਵੇਖਣ ਨੂੰ ਮਿਲਿਆ ਕਿ ਕੁਝ ਹੀ ਮਿੰਟਾਂ ਦੇ ਵਿੱਚ ਪੂਰਾ ਹਰਿਆਣਾ ਕਿਸਾਨਾਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਵੱਲੋਂ ਹਰਿਆਣਾ ਜਾਮ ਕਰਦਿਆਂ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀ ਕਿ ਅਣਮਿੱਥੇ ਸਮੇਂ ਦੇ ਲਈ ਅਸੀਂ ਇਹ ਜਾਮ ਰੱਖਾਂਗੇ, ਜਦੋਂ ਤੱਕ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਲਈ ਇਹ ਜਾਮ ਰਹੇਗਾ। ਪਰ ਉਸ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ਦੇ ਉੱਤੇ ਕਾਰਵਾਈ ਕੀਤੀ ਅਤੇ ਸਾਰੇ ਕਿਸਾਨਾਂ ਨੂੰ ਛੱਡ ਦਿੱਤਾ ਹੈ। ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਅੱਗੇ ਝੁਕੀ ਹੈ। ਜੋ ਕੱਲ ਦਾ ਪ੍ਰਦਰਸ਼ਨ ਸੀ ਕਿਸਾਨਾਂ ਦਾ, ਇਸ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਨਵੀਂ ਤਾਕਤ ਪਾਈ ਗਈ ਹੈ, ਕਿਉਂਕਿ ਪੰਜਾਬ ਤੱਕ ਵੀ ਇਸ ਦਾ ਸੇਕ ਪਹੁੰਚਿਆ ਹੈ। ਜੋ ਲਾਠੀ ਚਾਰਜ ਹਰਿਆਣੇ ਦੇ ਵਿੱਚ ਹੋਇਆ ਸੀ, ਉਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ। ਪੰਜਾਬ ਦੇ ਵਿੱਚ ਰੋਪੜ ਚੰਡੀਗੜ੍ਹ ਜੋ ਹਾਈਵੇ ਆਉਂਦਾ ਹੈ, ਉਸ ਰੋਪੜ ਚੰਡੀਗੜ੍ਹ ਹਾਈਵੇ ਦੇ ਉੱਤੇ ਪੈਂਦੇ ਟੋਲ ਪਲਾਜ਼ੇ ਨੂੰ ਵੀ ਜਾਮ ਕਰ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ। ਸੋ ਇਹ ਤਸਵੀਰਾਂ ਬਹੁਤ ਖਾਸ ਨੇ, ਜਿਨ੍ਹਾਂ ਤਸਵੀਰਾਂ ਦੇ ਵਿੱਚ ਹਰਿਆਣਾ 'ਚ ਲਾਠੀ ਚਾਰਜ ਕਿਸਾਨਾਂ ਤੇ ਹੋਇਆ ਹੈ, ਪ੍ਰਭਾਵ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਹਾਲਾਂਕਿ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ। ਰਾਜਕੁਮਾਰ ਵੇਰਕਾ ਦਾ ਪ੍ਰਤੀਕਰਮ ਹੈ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਜਿੰਨਾ ਮਰਜ਼ੀ ਤਸ਼ੱਦਦ ਸਰਕਾਰ ਕਰ ਲਵੇ, ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਘਰਾਂ ਨੂੰ ਨਹੀਂ ਪਰਤਣਗੇ। ਕਿਸਾਨਾਂ ਦੀ ਜਿੱਤ ਹੋਏਗੀ। ਇਹ ਬਿਆਨ ਰਾਜਕੁਮਾਰ ਵੇਰਕਾ ਨੇ ਦਿੱਤਾ। ਪਹਿਲਾਂ ਰਾਜਕੁਮਾਰ ਵੇਰਕਾ ਦੀ ਗੱਲ ਸੁਣਦੇ ਹਾਂ ਤੇ ਉਸ ਤੋਂ ਬਾਅਦ ਹਰਿਆਣਾ ਦੇ ਕਾਂਗਰਸ ਦੇ ਵੱਡੇ ਆਗੂ ਨੇ ਹੋਡਾ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ, ਉਹ ਬਿਆਨ ਵੀ ਤੁਹਾਨੂੰ ਸੁਣਾਉਂਦੇ ਹਾਂ। ਇਹ ਬੀਜੇਪੀ ਵਾਲਿਓ, ਨਾ ਅੰਦੋਲਨ ਦਬਣਾ ਨਾ ਕਿਸਾਨ ਝੁਕਣਾ। ਇਹ ਬੀਜੇਪੀ ਦੀ ਸਰਕਾਰ ਨੂੰ ਝੁਕਣਾ ਪੈਣਾ ਤੇ ਇਹ ਜਿਹੜੇ ਸਮਝੌਤੇ ਆ ਇਹ ਕੈਂਸਲ ਹੋਣੇ ਆ, ਰੱਦ ਹੋਣੇ ਆ। ਔਰ ਜਿੰਨੀ ਜਲਦੀ ਅਗਰ ਤੁਸੀਂ ਇਹ ਕਿਸਾਨਾਂ ਦੇ ਬਿੱਲਾਂ ਨੂੰ ਰੱਦ ਕਰੋਗੇ ਓਨਾ ਹੀ ਚੰਗਾ, ਨਹੀਂ ਤੇ 2024 ਬੜੀ ਲਾਗੇ ਆ ਰਹੀ ਹੈ ਤੇ ਲੋਕ ਤੁਹਾਡੇ ਕੋਲੋਂ आटे दादा पा पूछेंगे। ये सफल नहीं होंगी। किसान की आवाज़ कभी कुचली नहीं जा सकती। हुड्डा साहब, आखिर हल कैसे निकलेगा? सरकार भी हल बातचीत से निकलेगा, हर संवेदना से निकलेगा, हर करुणा से निकलेगा, हर ये बात समझते हुए हल निकलेगा कि किसान अपनी हकों की बात जायज़ मांगे रख सकता है। उनकी बात आप गंभीरता से सुने, 3 कानूनों वापस लें। कोई नया कानून लाना है तो नया कानून तैयार कराएं जिसमें किसान संगठनों के विचार लें और सर्वसम्मति से देश के अंदर कृषि प्रणाली में अगर आप कुछ चाहते हैं। लेकिन जब तक ये किसानों की बात नहीं सुनी जाएगी, मैं समझता हूँ कि देश की सरकार जिस अहंकार के रास्ते पे चल रही है, उस अहंकार को आने वाले समय में जनता चकनाचूर करने का काम करेगी। पहले भाजपा तय करे। मैं बताता हूँ, किसान भी सच्चा है, मांग भी जायज़ है। और उन्होंने आरोप लगाया चीन और पाकिस्तान से फंडिंग है। मैं बताता हूँ, किसान के घरों से फंडिंग है, एक एक गांव से फंडिंग है। जहाँ से दूध आता है वहाँ की भैंस भी मैं आपको दिखा सकता हूँ। जहाँ से खाना आता है उस किसान का खेत भी मैं आपको दिखा सकता हूँ। ये भाजपा को इस प्रकार से इस आंदोलन को कलंकित करने से कुछ नहीं मिलेगा। इस आंदोलन की गंभीरता को समझे सरकार, और गंभीरता समझते हुए किसान से बात करके इसको हल निकाले। आज जो करनाल में हमारे अन्नदाताओं पर भारतीय जनता पार्टी द्वारा एक बार फिर अत्याचार किया गया, उसकी हम कठोर से कठोर शब्दों में निंदा करते हैं। कांग्रेस पार्टी अन्नदाता के साथ है। कांग्रेस के समय में कभी अन्नदाता के साथ ऐसा छल नहीं हुआ। आज करनाल में जो आपने देखा, भारतीय जनता पार्टी का प्रशासन, इनका दमन चक्र, उसकी एक और मिसाल देखी गई। भारतीय जनता पार्टी सरकार, खट्टर सरकार जिस प्रकार से हमारे किसान मजदूर के साथ ऐसे अत्याचार कर रही है, आने वाले वक्त में हरियाणा वासी इसे बिल्कुल भी बर्दाश्त नहीं करेंगे। कांग्रेस पार्टी किसानों के साथ, मजदूरों के साथ कंधे से कंधा मिलाकर चलती रहेगी। आज बड़े शर्म की बात है और सिर शर्म से नीचे झुक जाता है कि ऐसी सरकार आज सत्ता में है जिसने करनाल के अंदर इतनी बर्बरता के साथ जो है किसानों के ऊपर लाठीचार्ज करा है। और जिस तरह से किसानों को पीटा गया है, जो वीडियोज़ के अंदर देखा,
तो बड़ा दुख मुझे हुआ कि हमारे कृषि प्रधान प्रदेश के अंदर आज हमारे किसान भाइयों का ये हाल ये सरकार कर रही है। मैं इसकी कड़ी से कड़ी शब्दों के अंदर निंदा करती हूँ। ਤੇ ਹੁਣ ਤਸਵੀਰਾਂ ਤੁਹਾਨੂੰ ਪੰਜਾਬ ਦੇ ਉਸ ਟੋਲ ਪਲਾਜ਼ਾ ਦੀਆਂ ਵਿਖਾਵਾਂਗੇ ਜਿਸ ਟੋਲ ਪਲਾਜ਼ਾ ਦੇ ਉੱਤੇ ਹਰਿਆਣਾ ਦੇ ਲਾਠੀਚਾਰਜ ਦਾ ਪ੍ਰਭਾਵ ਪਿਆ ਹੈ। ਜੀ ਹਾਂ, ਚੰਡੀਗੜ੍ਹ ਰੂਪਨਗਰ ਹਾਈਵੇ ਦੇ ਉੱਤੇ ਜੋ ਟੋਲ ਪਲਾਜ਼ਾ ਪੈਂਦਾ ਉਸ ਟੋਲ ਪਲਾਜ਼ੇ ਨੂੰ ਕਿਸਾਨਾਂ ਦੇ ਵੱਲੋਂ ਰੋਕ ਦਿੱਤਾ ਗਿਆ ਸੀ। ਸੋਲਖੀਆਂ ਟੋਲ ਪਲਾਜ਼ਾ ਇਸ ਨੂੰ ਕਿਹਾ ਜਾਂਦਾ ਹੈ, ਜਿਸ ਦੇ ਉੱਤੇ ਕਿਸਾਨ ਆ ਗਏ ਸੀ। ਉਸੇ ਵਕਤ ਕਿਸਾਨ ਇੱਥੇ ਪਹੁੰਚ ਗਏ ਸੀ ਜਦੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਬਲਵੀਰ ਸਿੰਘ ਰਾਜੇਵਾਲ ਵਰਗੇ ਵੱਡੇ ਆਗੂ ਇਹ ਬਿਆਨ ਦਿੰਦੇ ਨੇ ਕਿ ਜਿੱਥੇ ਹੋ ਉੱਥੇ ਹੀ ਜਾਮ ਕਰ ਦਿੱਤਾ ਜਾਏ ਜਦੋਂ ਤੱਕ ਸਰਕਾਰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਨਹੀਂ ਛੱਡਦੀ। ਸੋ ਇਹ ਤਸਵੀਰਾਂ ਉਸ ਵਕਤ ਦੀਆਂ ਨੇ। ਉਸ ਤੋਂ ਬਾਅਦ ਕਿਸਾਨ ਕੀ ਕੁਝ ਕਹਿ ਰਹੇ ਨੇ ਉਹ ਸੁਣੋ। ਇਸ ਕਰਕੇ ਆ ਜਦ ਤੱਕ ਸਾਨੂੰ ਪਿੱਛੋਂ ਕਾਲ ਨਹੀਂ ਆਉਂਦੀ ਇਹ ਧਰਨਾ ਜਾਰੀ ਰਹੂਗਾ। ਜਿਹੜੇ ਭਰਾ ਖੜੇ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਉਹ 5-10 ਮਿੰਟ ਜਾਂ 1 ਘੰਟੇ ਖਾਤਰ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਸਾਡੇ 5 ਸਾਲ ਤੋਂ ਲੈ ਕੇ ਬੱਚੇ ਮਾਵਾਂ ਭੈਣਾਂ 95 ਸਾਲ ਦੀ ਉਮਰ ਤੱਕ ਦਿੱਲੀ ਬਾਰਡਰਾਂ ਤੇ ਬੈਠੇ ਆ। 2 ਡਿਗਰੀ ਤੋਂ ਲੈ ਕੇ 47 ਡਿਗਰੀ ਤੱਕ ਜਿਨ੍ਹਾਂ ਨੇ ਤਾਪਮਾਨ ਭੋਗਿਆ ਉਹਨਾਂ ਦੀ ਵੀ ਜਿਹੜੇ ਰਾਹਗੀਰ ਵੀਰ ਆ ਸਾਡਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ। ਇਹ ਸਰਕਾਰਾਂ ਕਿਸੇ ਦੀਆਂ ਨਹੀਂ, ਸਰਕਾਰਾਂ ਇਹ ਕੋਈ ਸਰਕਾਰ ਹੋਵੇ ਡੰਗ ਮਾਰਦੀਆਂ। ਅੱਜ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਇਹ ਸਿਆਸੀ ਲੋਕ ਘੁੰਮਦੇ ਨੇ ਅੱਜ ਕਿੱਥੇ ਗਏ? ਕਿਸੇ ਨੇ ਵਿਰੋਧਤਾ ਕਰੀ? ਅੱਜ ਕਿਸਾਨ ਬੈਠਾ ਨਾ ਇਹ ਕਹਿੰਦੇ ਕਿਸਾਨ ਨਹੀਂ। ਅਸੀਂ ਤਾਂ ਹੀ ਰੋਪੜ ਜ਼ਿਲ੍ਹੇ ਦੇ ਵਿੱਚ ਜਿੰਨੇ ਸਿਆਸੀ ਆਗੂ ਆ ਚਾਹੇ ਉਹ ਆਮ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ ਸਭ ਦਾ ਵਿਰੋਧ ਕਰਦੇ ਆ। ਮੈਂ ਗੁਰਦਾਸਪੁਰ ਤੋਂ ਆ, ਗੁਰਦਾਸਪੁਰ ਜਾਣਾ। ਪਰ ਜਿਹੜੀ ਕਾਰਵਾਈ ਹਰਿਆਣੇ 'ਚ ਕੀਤੀ ਆ ਮੋਦੀ ਸਰਕਾਰ ਬੀਜੇਪੀ ਸਰਕਾਰ ਨੇ ਉਹ ਨਿੰਦਣਯੋਗ ਆ। ਉਹਦੇ ਵਾਸਤੇ ਜੇ 1 ਘੰਟਾ ਸਾਨੂੰ ਖਲੋਣਾ ਵੀ ਪੈ ਜੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ। ਬੇਸ਼ੱਕ ਅਸੀਂ ਇੱਥੋਂ ਗੁਰਦਾਸਪੁਰ ਪਹੁੰਚਣਾ ਆ ਪਰ ਫਿਰ ਕਿਉਂਕਿ ਉਹਨਾਂ ਨੇ ਉੱਥੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਜਿਹੜਾ ਆ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਭਾਈਚਾਰਾ ਉੱਥੇ ਇਕੱਠਾ ਹੋਇਆ ਆ ਉਹਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਆ ਗਲਤ ਹਰਕਤਾਂ ਕਰਕੇ। ਉਹਦੇ ਵਾਸਤੇ ਜੇ ਸਾਨੂੰ 1 ਘੰਟਾ ਇੱਥੇ ਰੁਕਣਾ ਵੀ ਪੈ ਜਾਏਗਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਕਿਉਂਕਿ ਕਿਸਾਨਾਂ ਦੇ ਬਿੱਲ ਮਾਫ ਜਿਹੜੇ ਆ ਵਾਪਸ ਹੋਣੇ ਚਾਹੀਦੇ ਆ, ਉਹ ਕੈਂਸਲ ਹੋਣੇ ਚਾਹੀਦੇ ਆ। ਇਹ ਜਿਹੜੇ ਗਰੀਬ ਲੋਕ ਨੇ ਕਹਿੰਦੇ ਨੇ ਇਹਨੂੰ ਇੱਥੇ ਦਿੱਕਤ ਆ ਰਹੀ ਆ, ਇੱਥੇ ਸਿਰਫ 1 ਘੰਟੇ ਦਿੱਕਤ ਹੈ, ਸਾਰੀ ਉਮਰ ਲਈ ਰੋਣਗੇ ਲੋਕ। ਜਦੋਂ 50 ਰੁਪਏ ਕਿੱਲੇ ਉਹਨਾਂ ਨੂੰ ਆਟਾ ਮਿਲਿਆ ਨਾ ਸਾਰੀ ਉਮਰ ਲਈ ਰੋਣਗੇ। 25 ਰੁਪਏ ਦਾ ਬ੍ਰੈਡ 35 ਰੁਪਏ ਦਾ, 22 ਰੁਪਏ ਦਾ 80 ਦਾ ਪੱਤਾ 36 ਰੁਪਏ ਦਾ, ਪੈਟਰੋਲ ਡੀਜ਼ਲ 에ਅਰਲਾਈਨ 20 ਰੁਪਏ ਦੀ ਜਿਹੜੀ ਟਿਕਟ ਇਹ ਹੁੰਦੀ ਸੀ ਨਾ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੀ ਰੇਲਵੇ ਦੀ 50 ਰੁਪਏ ਦੀ। ਇਹ ਕੀ ਕਰਨਗੇ ਲੋਕ? ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਣ ਰਿਹਾ ਵੀ ਇਹ ਜਿਹੜੀ ਮੋਦੀ ਸਰਕਾਰ ਆ ਸਾਡੇ ਤੇ ਐਡਾ ਬੋਝ ਪਾਉਂਦੀ ਹੈ। ਇਹਦਾ ਨਾਲ ਸਾਡਾ ਆਉਣ ਵਾਲਾ ਜੀਵਨ ਕਿੱਦਾਂ, ਇਹਦੇ ਬੱਚੇ ਪੜ੍ਹ ਹੀ ਨਹੀਂ ਸਕਦੇ। ਉਧਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ। ਸਿੱਧੇ ਤੌਰ ਦੇ ਉੱਤੇ ਉਹਨਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਸ਼ਾਂਤੀ ਬਣਾ ਕੇ ਰੱਖੋ, ਤੁਹਾਨੂੰ ਉਕਸਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਇਹ। ਪਰ ਦੂਜੇ ਪਾਸੇ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਤਰੀਕੇ ਦੇ ਨਾਲ ਤੁਸੀਂ ਸਾਡਾ ਧਿਆਨ ਨਹੀਂ ਭਟਕਾ ਸਕਦੇ। ਅਜਿਹੀ ਬਿਆਨਬਾਜ਼ੀ ਜਿਹੜੀ ਬਲਵੀਰ ਸਿੰਘ ਰਾਜੇਵਾਲ ਤੇ ਸੀਨੀਅਰ ਕਿਸਾਨ ਆਗੂ ਦੇ ਵੱਲੋਂ ਕੀਤੀ ਗਈ ਹੈ। ਕੀ ਕੁਝ ਕਹਿ ਰਹੇ ਨੇ ਉਹ ਸੁਣੋ। ਇਸ ਵੇਲੇ ਸਾਰੇ ਹਰਿਆਣੇ ਦੇ ਟੋਲ ਪਲਾਜ਼ੇ ਤੇ ਸਾਰੇ ਹਰਿਆਣੇ ਦੀਆਂ ਸੜਕਾਂ ਉੱਤੇ ਕਿਸਾਨਾਂ ਨੇ ਜਾਮ ਲਾ ਦਿੱਤੇ ਹਨ। ਜਦੋਂ ਤੱਕ ਕਿਸਾਨਾਂ ਨੂੰ ਵਾਪਸ ਉਹਨਾਂ ਦੇ ਕੈਂਪ ਵਿੱਚ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਇਹ ਜਾਮ ਜਾਰੀ ਰਹੇਗਾ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਅੱਜ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੂੰ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਗਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉਹਦਾ ਉਦਘਾਟਨ ਕਰਨਾ ਸੀ। ਉਹਦਾ ਵਿਰੋਧ ਕਰਨ ਗਏ ਕਿਸਾਨਾਂ ਉੱਤੇ ਅੰਮ੍ਰਿਤਸਰ ਦੀ ਪੁਲਿਸ ਨੇ ਧੱਕਾ ਮੁੱਕੀ ਨਹੀਂ ਕੀਤੀ, ਅੰਨਾ ਲਾਠੀਚਾਰਜ ਵੀ ਕੀਤਾ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣੇ ਲੈ ਗਈ। ਇਹਦੀ ਵੀ ਜਿੰਨੀ ਨਿੰਦਾ ਕੀਤੀ ਜਾਏ ਥੋੜ੍ਹੀ ਹੈ। ਅਤੇ ਜਦੋਂ ਤੱਕ ਕਿਸਾਨ ਉੱਥੇ ਦੇ ਵੀ ਪੰਜਾਬ ਦੇ ਕਿਸਾਨ ਨਹੀਂ ਛੱਡੇ ਜਾਂਦੇ ਪੁਲਿਸ ਕਸਟਡੀ 'ਚੋਂ ਉਦੋਂ ਤੱਕ ਉੱਥੇ ਵੀ ਅੰਦੋਲਨ ਤੇਜ਼ ਰਹੇਗਾ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਤੱਕ ਹਰਿਆਣੇ ਦੇ ਕਿਸਾਨ ਵਾਪਸ ਨਹੀਂ ਆਉਂਦੇ ਘਰਾਂ ਨੂੰ ਉਦੋਂ ਤੱਕ ਆਪੋ ਆਪਣੇ ਟੋਲ ਪਲਾਜ਼ੇ ਜਿਹੜੇ ਨੇ ਉਹਨਾਂ ਨੂੰ ਬੰਦ ਰੱਖਿਆ ਜਾਏ, ਟ੍ਰੈਫਿਕ ਜਾਮ ਕੀਤਾ ਜਾਏ। ਦੱਪਰ ਦਾ ਜਿਹੜਾ ਟੋਲ ਪਲਾਜ਼ਾ ਉਹਨੂੰ ਵੀ ਬੰਦ ਕਰ ਦਿੱਤਾ ਜਾਏ। ਜਿੱਥੇ ਵੀ ਸੜਕਾਂ ਤੇ ਕਿਸਾਨਾਂ ਨੂੰ ਬੈਠਣ ਦੀ ਲੋੜ ਹੈਗੀ ਉੱਥੇ ਬੈਠਾ ਜਾਵੇ ਔਰ ਹਰਿਆਣੇ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਨੇ ਭਾਵੇਂ ਹਾਈਵਾ ਭਾਵੇਂ ਕੋਈ ਦੂਜੀ ਰੋਡ ਹੈਗੀ ਆ ਉਹਨਾਂ ਨੂੰ ਬੰਦ ਕੀਤਾ ਜਾਵੇ। ਜਦੋਂ ਸੰਯੁਕਤ ਕਿਸਾਨ ਮੋਰਚਾ ਕੋਈ ਫੈਸਲਾ ਲਵੇਗਾ ਉਸ ਹਿਸਾਬ ਨਾਲ ਅੱਗੇ ਗੱਲਬਾਤ ਜਿਹੜੀ ਰਣਨੀਤੀ ਤੈਅ ਕੀਤੀ ਜਾਵੇਗੀ। ਅੱਜ ਦੀ 16 ਦੀ ਮੀਟਿੰਗ ਵਿੱਚ ਸਾਡੇ ਨਾਲ ਸਰਦਾਰ ਅੰਕਾਰ ਸਿੰਘ ਜੀ ਗੌਲ ਜੋ ਰਾਜੇਵਾਲ ਸਾਹਿਬ ਦੇ, ਸਰਦਾਰ ਸਤਨਾਮ ਸਿੰਘ ਜੀ ਬਹਿਰੂ ਸਾਹਿਬ, ਸਰਦਾਰ ਜਸਵੀਰ ਸਿੰਘ ਜੀ ਸਿੱਧੂਪੁਰ BKU ਸਿੱਧੂਪੁਰ, ਜਗਬੀਰ ਸਿੰਘ ਜੀ ਚੌਹਾਨ, ਸਰਦਾਰ ਬੂਟਾ ਸਿੰਘ ਜੀ ਸ਼ਾਦੀਪੁਰ, ਮਾਸਟਰ ਲਖਵਿੰਦਰ ਸਿੰਘ ਜੀ BKU ਸਿਰਸਾ, ਭੁਪਿੰਦਰ ਸਿੰਘ ਜੀ ਪਨਹੌੜਾ BKU ਕਾਦੀਆਂ, ਦਾਸ ਬਲਵੰਤ ਸਿੰਘ ਬਹਿਰਾਮਕੇ ਤੇ ਕੁਲਦੀਪ ਸਿੰਘ ਜੀ ਵਜੀਦਪੁਰ ਸਾਹਿਬ। ਇਹ ਸਾਰੇ ਆਗੂ ਸਾਹਿਬਾਨਾਂ ਨੇ ਇਸੇ ਉੱਪਰੋਂ ਤੁਰੰਤ ਐਮਰਜੈਂਸੀ ਇਹ ਮੀਟਿੰਗ ਸੱਦੀ ਹੈਗੀ ਆ ਵੀ ਜੋ ਕਿਸਾਨਾਂ ਤੇ ਏਡਾ ਵੱਡਾ ਲਾਠੀਚਾਰਜ ਕਰਕੇ ਇਹ ਸਰਕਾਰ ਕੀ ਚਾਹੁੰਦੀ ਆ, ਕਿਉਂਕਿ 600 ਕਿਸਾਨ ਤਾਂ ਸਾਡਾ ਪਹਿਲਾਂ ਹੀ ਇਸ ਅੰਦੋਲਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਚੁੱਕਾ ਹੈ।
ਪਰ ਇਹ ਕਿਸਾਨਾਂ ਨੂੰ ਜਾਣਬੁੱਝ ਕੇ ਇਦਾਂ ਦੇ ਲਾਠੀਚਾਰਜ ਕਰਕੇ, ਫੱਟੜ ਕਰਕੇ, ਸਿਰ ਦੇ ਉੱਪਰ ਸੱਟਾਂ ਮਾਰ ਕੇ ਸਰਕਾਰ ਜਿਹੜੀ ਹੈ ਇਹ ਬਿਲਕੁਲ ਆਪਣੇ ਆਪ ਨੂੰ ਪਾਸੇ ਕਰ ਲਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਟੇ ਦੇ ਗੰਭੀਰ ਨਿਕਲਣਗੇ। ਉਧਰ ਆਖਿਰਕਾਰ ਪੰਜਾਬ ਦੀ ਸਰਕਾਰ ਦੇ ਉੱਤੇ ਸਿੱਧੂ ਦਾ ਪ੍ਰਭਾਵ ਵੇਖਣ ਲੱਗਿਆ। ਜਿਸ ਤਰ੍ਹਾਂ ਸਿੱਧੂ ਲਗਾਤਾਰ ਟਵੀਟ ਦਰ ਟਵੀਟ, ਭਾਸ਼ਣ ਦਰ ਭਾਸ਼ਣ ਪੰਜਾਬ ਦੇ ਕਈ ਅਜਿਹੇ ਮਸਲਿਆਂ ਦੇ ਉੱਤੇ ਚਰਚਾ ਕਰ ਰਹੇ ਸੀ, ਜਿਨ੍ਹਾਂ ਮਸਲਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਬਿਜਲੀ ਦੇ ਜੋ ਸਮਝੌਤੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਕੀਤੇ ਗਏ ਸੀ, ਉਹਨਾਂ ਬਿਜਲੀ ਸਮਝੌਤਿਆਂ ਨੂੰ ਅੱਧ ਤੋਂ ਜ਼ਿਆਦਾ ਮਹਿੰਗੇ ਦੱਸਿਆ ਜਾ ਰਿਹਾ ਸੀ ਤੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਰੱਦ ਕਰਵਾਏ ਬਿਨਾਂ ਮੈਂ ਪਿੱਛੇ ਨਹੀਂ ਹਟਾਂਗਾ। ਸੋ ਹੁਣ ਪੰਜਾਬ ਦੀ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਉਸ 3 ਮੈਂਬਰੀ ਕਮੇਟੀ ਦੀ ਰਿਪੋਰਟ ਤੇ ਹਸਤਾਖਰ ਕਰ ਦਿੱਤੇ ਨੇ, ਜਿਸ ਕਮੇਟੀ ਦੇ ਵੱਲੋਂ ਇਸ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੇ ਲਈ ਸਿਫਾਰਿਸ਼ ਕੀਤੀ ਗਈ ਹੈ। एक कमेटी बनाई गई सी। इस कमेटी ने पूरी जांच पड़ताल करने तो बाद ये रिपोर्ट तैयार की थी, जिसके उत्ते हुण कैप्टन अमरिंदर सिंह के हस्ताक्षर हो चुके हैं। इस तो बाद हुण उस कंपनी नूं कारण दसो नोटिस जारी होया जिसने ये थर्मल प्लांट लाया है। थर्मल प्लांट के उत्ते सब तो पहला जिहड़ी कार्रवाई होएगी वो तलवंडी साबो के थर्मल प्लांट के उत्ते कार्रवाई होएगी। उस थर्मल प्लांट की कंपनी नूं कारण दसो नोटिस जारी कर दिता गया है कि दसो तुहाडे नाल समझौते क्यों ना रद्द किए जाण। इस नूं लैके वख-वख सियासी प्रतिक्रम भी ने, तुहानूं भी सुणा दिंदे। देखो, जिवें मीडिया दे विच दस्सिया जा रहा है कि मुख मंत्री कैप्टन अमरिंदर सिंह वालों बिजली खरीद समझौते रद्द करन नूं प्रवानगी दी गई है। मैं ये समझदा हैगा यह आम आदमी पार्टी की ते पंजाब दे आम लोकां दी जित है, जिन्हां ने लगातार पिछले 4.5 साल तो सरकार दे उत्ते दबाव बनाया होया सी, क्योंकि आम आदमी पार्टी समझदी है कि ये जिहड़े बिजली खरीद दे समझौते सी ये पंजाब दे हितां दे विरुद्ध ने, जिस दे कारण पंजाब दे लोकां दी आर्थिक तौर ते लुੱਟ हो रही है। हुण जदों चोणां तो 4-5 महीने पहलां पंजाब सरकार इन्हां बिजली समझौतिਆਂ ਨੂੰ ਰੱਦ ਕਰਨ ਦੀ ਗੱਲ ਆਖਰੀ ਹੈਗੀ ਹੈ, ਪਰ ਲੋਕਾਂ ਨੂੰ ਉਦੋਂ ਤੱਕ ਭਰੋਸਾ ਨਹੀਂ ਹੁੰਦਾ ਜਦੋਂ ਤੱਕ ਇਹ ਬਿੱਲ ਸੱਚਮੁੱਚ ਰੱਦ ਨਹੀਂ ਹੋ ਜਾਂਦੇ। ਔਰ ਆਮ ਆਦਮੀ ਪਾਰਟੀ ਇਸ ਚੀਜ਼ ਦੀ ਵੀ ਮੰਗ ਕਰਦੀ ਹੈਗੀ ਹੈ, ਇਹਨਾਂ ਗਲਤ ਸਮਝੌਤਿਆਂ ਕਾਰਨ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਜੋ ਆਰਥਿਕ ਨੁਕਸਾਨ ਹੋਇਆ ਉਹਦੀ ਭਰਪਾਈ ਵਾਸਤੇ ਜਿਨ੍ਹਾਂ ਲੋਕਾਂ ਨੇ ਇਹ ਸਮਝੌਤੇ ਸਹੀਬੱਧ ਕੀਤੇ ਸੀ, ਜੋ ਉਸ ਦੇ ਲਈ ਰਿਸਪੌਂਸੀਬਲ ਸੀ, ਉਹਨਾਂ ਦੇ ਵਿਰੁੱਧ ਵੀ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਕਿ ਕਾਲੀ ਬੀਜੇਪੀ ਦੀ ਸਰਕਾਰ ਨੇ ਕੀਤੇ ਸੀ, ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬ ਦੇ ਉੱਪਰ ਬੋਝ ਪੈ ਰਿਹਾ ਸੀ ਔਰ ਲੋਕਾਂ ਨੂੰ ਵੀ ਪਰੇਸ਼ਾਨੀਆਂ ਆ ਰਹੀਆਂ ਸੀ। ਔਰ ਉਹਦੇ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨੀ ਮਾਹਰਾਂ ਦੀ ਤੇ ਟੈਕਨੀਕਲ ਅਫਸਰਾਂ ਦੀ ਕਮੇਟੀ ਬਣਾਈ ਸੀ। ਉਸ ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ। ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਇਹ ਬਿਜਲੀ ਸਮਝੌਤੇ ਸਰਕਾਰ ਨੇ ਰੱਦ ਕਰਨ ਦਾ ਫੈਸਲਾ ਕੀਤਾ ਹੈ ਤੇ ਉਸ ਫਾਈਲ ਦੇ ਉੱਪਰ ਮੁੱਖ ਮੰਤਰੀ ਜੀ ਨੇ ਸਾਈਨ ਕਰਤੇ ਹੈ। ਹੁਣ ਬਿਜਲੀ ਸਮਝੌਤੇ ਰੱਦ ਹੋਣਗੇ ਔਰ ਪੰਜਾਬ ਨੂੰ ਇਹਦਾ ਭਾਰੀ ਫਾਇਦਾ ਹੋਏਗਾ ਔਰ ਉਹ ਜਿਹੜਾ ਪੈਸਾ ਬਚੇਗਾ ਅਸੀਂ ਲੋਕਾਂ ਨੂੰ ਹੋਰ ਵੀ ਬਿਜਲੀ ਸਸਤੀ ਦੇਣ ਦਾ ਆਪਣਾ ਇਰਾਦਾ ਫਿਰ ਦੁਹਰਾ ਰਹੇ। इस खबर के उत्ते सिद्धा सुरिंदर डल्ला होना की भी प्रतिक्रिया लवांगे। सुरिंदर डल्ला साहब, किस तरह वेख रहे हो कैप्टन अमरिंदर सिंह हुण बिजली समझौते भी रद्द करने की तैयारी कर चुके हैं, कि इस दे विच नवजोत सिंह सिद्धू का प्रभाव वेख रहे हो जो लगातार बयानबाजियां आ रही सी? देखो, बिजली के उपर जिहड़ा पता लग्या है कि पंजाब की सरकार वालों मुख मंत्री कैप्टन अमरिंदर साहब उन्होंने प्रवानगी देती है जिहड़े बिजली समझौते रद्द करन नूं, पावर परचेज एग्रीमेंट। हालांकि मेरी निजी सोच ये है कि जदों अकाली दल ने समझौते कीते सी उदों बहुत क्राइसिस सी, पंजाब 'च बिजली का संकट सी। इन्हां समझौतिਆਂ ਤੋਂ ਬਾਅਦ थर्मल प्लांट लगन तो बाद बिजली का ਜਿਹੜਾ बिजली पंजाब ਨੂੰ सूबे ਨੂੰ ਵਧੀ, ਇਹਦੇ 'ਚ ਕੋਈ ਦੋ ਰਾਏ नहीं है। पर ਮੈਨੂੰ ਇਹ ਲੱਗਦਾ कि अगर अकाली दल ਵੱਲੋਂ ਇਹ ਸਮਝੌਤੇ 25 ਸਾਲਾਂ ਦੀ ਬਜਾਏ ਜਾਂ ਵੱਧ ਸਾਲਾਂ ਦੀ ਬਜਾਏ ਅਗਰ 10 ਸਾਲ ਤੱਕ ਦੇ ਕੀਤੇ ਜਾਂਦੇ ਤਾਂ ਜ਼ਿਆਦਾ ਚੰਗੀ ਗੱਲ ਹੋਣੀ ਸੀ ਔਰ ਇਸ ਵੇਲੇ ਤੱਕ ਉਹ ਸਮਝੌਤੇ ਆਪਣੇ ਆਪ ਆਪਣੇ ਪੱਧਰ ਤੇ ਹੀ ਖਤਮ ਹੋ ਜਾਣੇ ਸੀ। ਪਰ ਫਿਰ ਵੀ ਹੁਣ ਪੰਜਾਬ ਦੀ ਸਰਕਾਰ ਨੇ ਜਿਹੜਾ ਫੈਸਲਾ ਕੀਤਾ, लगातार नवजोत सिंह सिद्धू उन्होंने ट्वीट किए, 18 सूत्री एजेंडे हाई कमांड ने यह प्रोग्राम भेजा सी और हुण भी नवजोत सिंह सिद्धू उन्होंने ट्वीट भी किया और वो वकालत कर रहे हैं नवजोत सिंह सिद्धू होनी लगातार कि असी 3 रुपए जी बिजली है वो पंजाब के लोगों को देना चाहते हैं। 3 रुपए तो लैके 5 रुपए इंडस्ट्रीयल जी बिजली है पंजाब के लोगों को मिले और ये हो सकता है। देखो, दो चीज़ां ने, डिमांड एंड सप्लाई है। जदों सूबे के खजाने दे विच मालिया आएगा कुदरती स्रोतों के चंगे प्रबंध नाल, जदों मालिया आएगा तो निश्चित तौर के उत्ते फिर एक सरप्लस स्टेट के पासे पंजाब वधूगा तो फिर कोई दिक्कत नहीं, बिजली 3 रुपए बड़ी आसानी के नाल दित्ती जा सकती है। और जितों तक रही पावर परचेज एग्रीमेंट रद्द करने की गल, इहदी डिमांड विरोधी पार्टियां भी करदियां ने, पर नवजोत सिंह सिद्धू उन्हां दे लई एक बहुत वड्डा मुद्दा सी और बतौर प्रधान उन्होंने लगातार हाई कमांड तो भी सहमति लई,
3 ਮੈਂਬਰੀ ਕਮੇਟੀ ਦੇ ਵਿੱਚ ਵੀ ਇਹ ਗੱਲਾਂ ਆਈਆਂ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਹੁਣ ਸਿਧਾਂਤਕ ਤੌਰ ਦੇ ਉੱਤੇ ਇਹਦੀ ਪ੍ਰਵਾਨਗੀ ਦਿੱਤੀ ਹੈ। ਸੋ ਮੈਨੂੰ ਇਹ ਵੀ ਆਸ ਹੈ ਕਿ 3 ਸਤੰਬਰ ਨੂੰ ਜਿਹੜਾ ਅਗਲੇ ਮਹੀਨੇ ਦੀ 3 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ, ਮੈਨੂੰ ਲੱਗਦਾ ਕਿ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਅਨਾਉਂਸਮੈਂਟ ਵੀ ਹੋ ਸਕਦੀ ਹੈ ਕਿ ਅਸੀਂ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਨ ਜਾ ਰਹੇ ਹਾਂ। ਸੋ ਮਤਾ ਵੀ ਆ ਸਕਦਾ ਹੈ ਕੋਈ ਵੀ ਕਿਸੇ ਵਿਧਾਇਕ ਵੱਲੋਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਵਿੱਚ। ਸੋ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਹੋਣਾ ਦੀ ਮੈਂ ਪ੍ਰਧਾਨਗੀ 'ਚ ਆਉਣ ਤੋਂ ਬਾਅਦ ਇਹ ਇੱਕ ਰਣਨੀਤਿਕ ਜਿੱਤ ਦੇ ਤੌਰ 'ਤੇ ਵੀ ਇਹਨੂੰ ਦੇਖਦਾ। ਹਾਲਾਂਕਿ ਇਹ ਫੈਸਲਾ ਤਾਂ ਚਲੋ ਸਮੂਹਿਕ ਹੁੰਦਾ, ਪਰ ਜਦੋਂ ਵੀ ਕੋਈ ਪੋਲੀਟੀਕਲ ਪਾਰਟੀਆਂ ਦੇ ਪ੍ਰਧਾਨ ਕਿਸੇ ਏਜੰਡੇ ਨੂੰ ਲੈ ਕੇ ਅੱਗੇ ਵਧਦੇ ਨੇ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਇਹਦੀ ਕਾਮਯਾਬੀ ਦਾ ਸਿਹਰਾ ਹੈ ਉਹ ਮਿਲਦਾ ਹੈ। ਉਧਰ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਲਿਆਂਵਾਲੇ ਬਾਗ ਦਾ ਲੋਕ ਅਰਪਣ ਕੀਤਾ ਗਿਆ। ਜੀ ਹਾਂ, ਜਲਿਆਂਵਾਲੇ ਬਾਗ ਦੀ ਸੁੰਦਰਤਾ ਵਧਾਈ ਗਈ ਹੈ। ਜਲਿਆਂਵਾਲੇ ਬਾਗ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਕਾਰਜ ਚੱਲ ਰਹੀ ਸੀ ਤਾਂ ਜੋ ਉਸ ਦੀ ਸੁੰਦਰਤਾ ਨੂੰ ਵਧਾਇਆ ਜਾ ਸਕੇ ਤੇ ਇਸ ਕਾਰਜ ਤੋਂ ਬਾਅਦ ਹੁਣ ਸਰਕਾਰ ਦੇ ਵੱਲੋਂ ਲੋਕ ਅਰਪਣ ਕਰ ਦਿੱਤਾ ਗਿਆ ਹੈ। ਜਲਿਆਂਵਾਲੇ ਬਾਗ ਦਾ ਪੰਜਾਬ ਅਤੇ ਪੂਰੇ ਮੁਲਕ ਦੇ ਲੋਕਾਂ ਨੂੰ ਸੌਂਪ ਦਿੱਤਾ ਗਿਆ ਤੇ ਹੁਣ ਉੱਥੇ ਜਾ ਕੇ ਆਮ ਲੋਕ ਜਲਿਆਂਵਾਲੇ ਬਾਗ ਦੇ ਵਿੱਚ ਜਾ ਸਕਿਆ ਕਰਨਗੇ। ਇਸ ਲੋਕ ਅਰਪਣ ਦੇ ਪ੍ਰੋਗਰਾਮ ਤੋਂ ਪਹਿਲਾਂ ਜਦੋਂ ਵਰਚੁਅਲ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਇਸ ਦਾ ਉਦਘਾਟਨ ਕਰ ਰਹੇ ਸੀ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਜਿਸ ਦੇ ਚੱਲਦਿਆਂ ਹੈਰੀਟੇਜ ਸਟਰੀਟ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਆ ਉਹ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਵੀ ਆਪਣਾ ਗੁੱਸਾ ਵਿਖਾਇਆ ਸਰਕਾਰ ਦੇ ਉੱਤੇ ਅਤੇ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਲਗਾਤਾਰ ਅਜਿਹੀਆਂ ਗੱਲਾਂ ਕਰਦੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਉਕਸਾਇਆ ਜਾ ਸਕੇ। ਅਸੀਂ ਅੱਜ ਆਪਣੇ ਵਰਕਰਾਂ ਦੇ ਨਾਲ ਇੱਥੇ ਜੋ ਮੋਦੀ ਸਰਕਾਰ ਵੱਲੋਂ ਜਲਿਆਂਵਾਲੇ ਬਾਗ 'ਚ ਉਦਘਾਟਨ ਕਰਨਾ ਸੀ ਜੋ ਹੁਣ ਆਨਲਾਈਨ ਕਰ ਰਿਹਾ, ਲੇਕਿਨ ਉਹਨਾਂ ਦੇ ਜੋ ਵਰਕਰ ਨੇ ਬੀਜੇਪੀ ਦੇ, ਜਿਸ ਤਰ੍ਹਾਂ ਕਿ ਹਰਿਆਣਾ ਸਰਕਾਰ ਤੋਂ ਖੱਟਰ ਮੁੱਖ ਮੰਤਰੀ ਦੇ ਆਉਣ ਦੇ ਆਦੇਸ਼ ਸੀ, ਅਸੀਂ ਆਪਣੀ ਯੂਨੀਅਨ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਹਨ ਸਾਰੀਆਂ ਇੱਥੇ ਰਾਤ ਤੋਂ ਇਕੱਤਰ ਹੋਣਾ ਸ਼ੁਰੂ ਹੋ ਗਈਆਂ ਸਨ। ਸਾਡੇ ਵਰਕਰ ਅੱਗੇ ਨੇ, ਪ੍ਰੋਟੈਸਟ ਕਰ ਰਹੇ ਨੇ। ਅਸੀਂ ਵੀ ਪਿੰਡ ਤੋਂ ਚੱਲ ਕੇ ਇੱਥੇ ਪਹੁੰਚੇ ਹੋਏ ਹਾਂ। ਸਾਨੂੰ ਰਸਤੇ ਵਿੱਚ ਕਿਸੇ ਪ੍ਰਸ਼ਾਸਨ ਨੇ ਨਹੀਂ ਰੋਕਿਆ, ਬੈਰੀਕੇਡ ਲੱਗੇ ਹੋਏ ਸੀ, ਲੇਕਿਨ ਅਸੀਂ ਬੜੇ ਆਪਣੇ ਆਰਾਮਦਾਇਕ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਪਹੁੰਚੇ ਹਾਂ। ਅੱਗੇ ਪਹੁੰਚਾਂਗੇ ਆਪਣੇ ਵਰਕਰਾਂ ਦੇ ਕੋਲ। ਬਿਲਕੁਲ ਬੀਜੇਪੀ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਏਗਾ, ਬਿਲਕੁਲ ਹੀ ਉਹਨਾਂ ਨੂੰ ਕਾਲੀਆਂ ਝੰਡੀਆਂ ਤੇ ਨਾਅਰਿਆਂ ਦੇ ਨਾਲ ਉਹਨਾਂ ਦਾ ਵਿਰੋਧ ਕੀਤਾ ਜਾਏਗਾ। ਉਧਰ ਸੰਵਿਧਾਨ ਦੀ 85ਵੀਂ ਸੋਧ ਨੂੰ ਲੈ ਕੇ ਹੁਣ ਮੁਲਾਜ਼ਮ ਪ੍ਰਦਰਸ਼ਨ ਦੇ ਉੱਤੇ ਨੇ। ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਨੂੰ ਹੋਰ ਸਖਤ ਕਰ ਦਿੱਤਾ ਗਿਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੋ ਸੰਵਿਧਾਨ ਦੇ ਵਿੱਚ 85ਵੀਂ ਸੋਧ ਹੋਈ ਹੈ ਉਸ ਦੇ ਵਿੱਚ ਜੋ ਜਾਤ ਪਾਤ ਦੇ ਆਧਾਰ ਦੇ ਉੱਤੇ ਰਾਖਵਾਂਕਰਨ ਕੀਤਾ ਜਾਂਦਾ ਹੈ ਉਸ ਨੂੰ ਖਤਮ ਕਰਕੇ ਆਰਥਿਕਤਾ ਦੇ ਆਧਾਰ ਦੇ ਉੱਤੇ ਜੋ ਅਜਿਹੇ ਰਾਖਵੇਂਕਰਨ ਦੀ ਸਥਿਤੀ ਨੂੰ ਬਣਾਇਆ ਜਾਣਾ ਚਾਹੀਦਾ, ਕਿਉਂਕਿ ਆਰਥਿਕਤਾ ਦੇ ਆਧਾਰ ਦੇ ਉੱਤੇ ਅਜਿਹੇ ਫੈਸਲੇ ਕੀਤੇ ਜਾਣੇ ਚਾਹੀਦੇ ਨੇ। ਅੱਜ ਅਸੀਂ ਰਾਣਾ ਕੇਪੀ ਜੀ ਜਿਹੜੇ ਮਾਨਯੋਗ ਸਪੀਕਰ ਨੇ ਸਾਡੇ ਪੰਜਾਬ ਦੇ, ਉਹਨਾਂ ਕੋਲੇ ਆਏ ਹਾਂ। ਜਿਹੜੀ ਪੰਜਾਬ ਸਰਕਾਰ 85ਵੀਂ ਸੰਵਿਧਾਨਕ ਸੋਧ ਲਾਗੂ ਕਰਨ ਜਾ ਰਹੀ ਹੈ, ਅਸੀਂ ਉਹਦੇ ਵਿਰੋਧ ਵਿੱਚ ਸਾਰੇ ਮੰਤਰੀ ਸਾਹਿਬਾਨਾਂ ਨੂੰ ਮੈਮੋਰੰਡਮ ਦਿੱਤੇ ਨੇ, ਸਾਰੇ MLA ਸਾਹਿਬ ਨੂੰ ਮੈਮੋਰੰਡਮ ਦਿੱਤੇ ਨੇ। ਉਸ ਦੀ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਰਾਣਾ ਕੇਪੀ ਜੀ ਨੂੰ ਵੀ ਮੈਮੋਰੰਡਮ ਦਿੱਤਾ ਹੈ। ਜਿਹੜੀ ਸੋਧ ਦੀ ਗੱਲ ਕਰ ਰਹੇ ਹੋ, ਇਹ ਕੀ ਹੈਗਾ, ਇਹਦੇ 'ਚ ਮੁੱਦਾ ਕੀ ਹੈ, ਕੀ ਨੁਕਸਾਨ ਹੈਗਾ ਤੁਹਾਡਾ ਜੀ? ਸਰ, ਜੇਕਰ 85ਵੀਂ ਸੋਧ ਲਾਗੂ ਕਰ ਦਿੰਦੀ ਹੈ ਸਰਕਾਰ ਤਾਂ ਇਹਦੇ ਨਾਲ ਜਿਹੜੀ ਰਿਜ਼ਰਵ ਕੈਟਾਗਰੀ ਦੇ ਕਰਮਚਾਰੀ ਅਧਿਕਾਰੀ ਨੇ ਉਹਨਾਂ ਨੂੰ ਪ੍ਰਮੋਸ਼ਨ ਦੇ ਨਾਲ ਸੀਨੀਅਰਟੀ ਦਾ ਬੈਨੀਫਿਟ ਮਿਲ ਜਾਣਾ ਤੇ ਇਹਦੇ ਨਾਲ ਕੀ ਹੋਣਾ ਹੈ, ਆਉਣ ਵਾਲੇ ਥੋੜ੍ਹੇ ਸਮੇਂ ਵਿੱਚ ਜਨਰਲ ਤੇ BC ਕੈਟਾਗਰੀ ਦੇ ਕਰਮਚਾਰੀਆਂ ਅਧਿਕਾਰੀਆਂ ਦੀ ਪ੍ਰਮੋਸ਼ਨ ਬਿਲਕੁਲ ਰੁਕ ਜਾਣੀ ਹੈ। ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ 85ਵੀਂ ਸੰਵਿਧਾਨਕ ਸੋਧ ਹੈ ਇਹ ਲਾਗੂ ਨਹੀਂ ਹੋ ਸਕਦੀ, ਕਿਉਂਕਿ ਜਦੋਂ ਤੱਕ ਮਾਨਯੋਗ ਸੁਪਰੀਮ ਕੋਰਟ ਨੇ ਜੋ M ਨਾਗਰਾਜ ਜੀ ਦੇ ਕੇਸ ਦੇ ਵਿੱਚ ਫੈਸਲਾ ਸੁਣਾਇਆ, ਜਦ ਤੱਕ ਉਹ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੀ ਸਰਕਾਰ 85ਵੀਂ ਸੰਵਿਧਾਨਕ ਸੋਧ ਲਾਗੂ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਅਸੀਂ ਪੰਜਾਬ ਹਾਈ ਕੋਰਟ ਦੇ ਵਿੱਚ ਵੀ 2 ਵਾਰੀ ਕੇਸ ਜਿੱਤ ਚੁੱਕੇ ਹਾਂ, ਹਰੀ ਸਿੰਘ ਦੇ ਨਾਂ ਤੇ ਪ੍ਰਿਤਪਾਲ ਸਿੰਘ ਦੇ ਨਾਂ ਤੇ ਅਸੀਂ ਕੋਈ ਜਿੱਤਿਆ। ਤੇ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਕੋਰਟਾਂ ਦੇ ਹੁਕਮਾਂ ਦੀ ਉਲੰਘਣਾ ਨਾ ਕਰੇ ਤੇ 85ਵੀਂ ਸੰਵਿਧਾਨਕ ਸੋਧ ਲਾਗੂ ਨਾ ਕਰੇ। ਤੇ ਰੁਕ ਕਰਦੇ ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵੱਲ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਸਮੂਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ, ਜਿਸ ਮੌਕੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਪ੍ਰੈਸ ਦੇ ਨਾਲ ਵੀ ਚਰਚਾ ਕੀਤੀ ਹੈ। ਕਿ ਕੁਝ ਮਨਜਿੰਦਰ ਸਿੰਘ ਸਿਰਸਾ ਅਤੇ ਬੀਬੀ ਜਗੀਰ ਕੌਰ ਨੇ ਕਿਹਾ, ਸੁਣੋ। ਕਿ ਇਹ ਜਿੱਤ ਉਸ ਸਮੇਂ ਹੋਈ ਹੈ ਜਦੋਂ ਸਾਰੀਆਂ ਪੰਥ ਵਿਰੋਧੀ ਤਾਕਤਾਂ ਇੱਕ ਪਾਸੇ ਇਕੱਠੀਆਂ ਹੋ ਕੇ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੱਕ ਪਾਸੇ ਹੋ ਕੇ ਇਹ ਚੁਣਾਵ ਲੜਿਆ ਗਿਆ। ਹਰ ਇੱਕ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਕਿਸ ਢੰਗ ਦੇ ਨਾਲ ਇਸ ਸੰਸਥਾ ਨੂੰ ਕਮਜ਼ੋਰ ਕੀਤਾ ਜਾਵੇ। ਹਰ ਇੱਕ ਨੇ ਸਿਰ ਤੋੜ ਯਤਨ ਕੀਤੇ ਕਿ ਕਿਸੇ ਢੰਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅਸੀਂ ਕਾਬਜ ਹੋ ਕੇ ਤੇ ਗੁਰੂ ਪੰਥ ਨੂੰ ਕਮਜ਼ੋਰ ਕਰ ਸਕੀਏ, ਖਾਲਸਾ ਪੰਥ ਨੂੰ ਕਮਜ਼ੋਰ ਕਰ ਸਕੀਏ।
ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਰਾਮਦਾਸ ਜੀ, ਬੜਾ ਵੱਡਾ ਆਸਰਾ ਤੁਸੀਂ ਲਿਆ ਗੁਰੂ ਨਾਨਕ ਸਾਹਿਬ ਜੀ ਦਾ। ਜਿਹੜੀ ਤੁਹਾਡੀ ਕੀਤੀ ਕਮਾਈ, ਜੋ ਤੁਸੀਂ ਸੇਵਾ ਕੀਤੀ ਸੀ ਲਗਾਤਾਰ, ਮੈਂ ਸਮਝਦੀ ਬਾਕੀ ਸੇਵਾਵਾਂ ਤਾਂ ਤੁਸੀਂ ਅੰਤ ਦੀਆਂ ਕੀਤੀਆਂ, ਜਿੱਥੇ ਬਿਲਡਿੰਗਾਂ ਬਣਾਈਆਂ, ਇਮਾਰਤਾਂ ਬਣਾਈਆਂ, ਹਸਪਤਾਲ ਬਣਾਏ, ਪਰ ਜਿਹੜੀ ਮਾਨਵਤਾ ਦੀ ਸੇਵਾ ਉਸ ਸਮੇਂ ਕੀਤੀ ਹੈ, ਜਿਸ ਵੇਲੇ ਮਾਨਵਤਾ ਦੇ ਉੱਤੇ ਬੜਾ ਵੱਡਾ ਸੰਕਟ ਆਇਆ, ਭਾਵੇਂ ਉਹ ਕੋਵਿਡ ਦਾ ਸਮਾਂ ਆਇਆ, ਭਾਵੇਂ ਕੋਈ ਕਿਸਾਨ ਮੋਰਚੇ ਵਿੱਚ ਕਿਸਾਨਾਂ ਦੀ ਮੁਸੀਬਤ ਦਾ ਸਮਾਂ ਆਇਆ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਨੇ, ਸਿਰਸਾ ਸਾਹਿਬ, ਕਾਲਕਾ ਸਾਹਿਬ ਤੇ ਸਾਰੇ ਮੈਂਬਰਾਂ ਨੇ ਰਲ ਕੇ ਬੜੀ ਵੱਡੇ ਯਤਨ ਕਰਕੇ ਉਹ ਕੀਤੀ ਸੀ, ਉਹਦਾ ਇਹ ਫਲਸਰੂਪ ਮੈਂ ਸਮਝਦੀ ਮਾਨਵਤਾ ਦੀ ਭਲਾਈ ਵਿੱਚੋਂ ਇਹ ਸਾਰੀ ਜਿੱਤ ਨਿਕਲੀ ਹੈ। ਇਹ ਮਨੁੱਖਤਾ ਦੀ ਜੋ ਸੇਵਾ ਕੀਤੀ, ਉਹਦੀ ਬਖਸ਼ਿਸ਼ ਗੁਰੂ ਨੇ ਦਿੱਤੀ ਹੈ ਕਿ ਇਹੋ ਜਿਹੇ ਯੋਗ ਵਿਅਕਤੀ ਜਿਹੜੇ ਹੈ ਉਹ ਅੱਗੇ ਲੱਗਣ। ਕੋਈ ਦੇਸ਼ ਅੰਦਰ ਐਸੀ ਇਲੈਕਸ਼ਨ ਨਹੀਂ ਹੋਈ, ਪੋਲਿੰਗ ਨੰਬਰ 1 ਤੋਂ ਲੈ ਕੇ ਜਿੰਨੇ ਵੀ ਪੋਲਿੰਗ ਬੂਥ ਹੁੰਦੇ ਉਹਦੀ ਨੰਬਰ ਹੁੰਦੇ ਆ। ਬੀਬੀ ਜੀ, ਮੇਰਾ ਕੱਲ ਹੀ ਵਾਰਡ ਆ ਜਿਹਦੇ 'ਚ 1 ਨੰਬਰ ਪੋਲਿੰਗ ਸਟੇਸ਼ਨ ਨਹੀਂ ਹੈਗਾ। ਕਿਉਂ? ਇਲੈਕਸ਼ਨ ਤੋਂ, ਨੋਮੀਨੇਸ਼ਨ ਤੋਂ 1 ਦਿਨ ਪਹਿਲਾਂ ਮੇਰੀ ਕੌਂਸਟੀਚੁਐਂਸੀ ਦੀ ਡੀਲਿਮਿਟੇਸ਼ਨ ਕਰਕੇ ਤੇ ਨਵੇਂ ਏਰੀਆ ਜਿੱਥੇ ਉਹਨਾਂ ਨੇ ਖੁਦ ਨਕਲੀ ਵੋਟਾਂ ਬਣਾ ਰੱਖੀ, ਉਸ ਏਰੀਆ ਨੂੰ ਵਿੱਚ ਪਾ ਕੇ ਮੇਰਾ ਬੂਥ ਹੀ ਹਟਾਤਾ ਔਰ ਮੇਰੀ ਵਾਰਡ 2 ਨੰਬਰ ਤੋਂ ਸ਼ੁਰੂ ਹੁੰਦੀ ਆ। ਤੁਸੀਂ ਸੁਣ ਕੇ ਹੈਰਾਨ ਹੋ ਗਏ। ਜਿਹੜੇ ਪੋਲਿੰਗ ਅਫਸਰ ਸੀਗੇ ਉਹਨਾਂ ਨੂੰ ਹਦਾਇਤ ਦਿੱਤੀ ਗਈ ਸੀ, ਜਿਹੜੇ ਬੂਥਾਂ ਤੇ ਸਾਡੀਆਂ ਵੋਟਾਂ ਸੀ, ਵੀ ਜਦੋਂ ਵੋਟਰ ਪਾਉਣ ਆਵੇ ਉਹਨੂੰ ਕੁਝ ਉਹਦੇ ਅੱਗੇ ਮੋਹਰ ਲਾਉਣੀ ਆ। ਕਦੀ ਨਹੀਂ ਹੋ ਸਕਦਾ ਕਿ ਇੱਕ ਬੂਥ ਚੋਂ, ਕੇਵਲ ਇੱਕ ਬੂਥ ਚੋਂ ਜਿੱਥੇ 460 ਵੋਟਾਂ ਪਈਆਂ, 418 ਵੋਟਾਂ ਰੱਦ ਕਰ ਦਿੱਤੀਆਂ ਗਈਆਂ। 418 ਵੋਟਾਂ ਰੱਦ ਕਰ ਦਿੱਤੀਆਂ 460 ਚੋਂ 418 ਵੋਟਾਂ, ਕਿਉਂਕਿ ਸਾਰੇ ਦਾ ਸਾਰਾ ਬੂਥ ਉਹ ਬਾਲਟੀ ਦਾ ਸੀ। ਆ ਸਾਡੇ ਇੱਕ ਬੂਥ ਚੋਂ ਜਿਹੜਾ ਸਾਡੇ ਕੈਂਡੀਡੇਟ ਹਾਰੇ ਨੇ 250 ਵੋਟਾਂ ਰੱਦ ਕੀਤੀਆਂ ਨੇ ਔਰ 51 ਕਿੰਨੀਆਂ 255 ਵੋਟਾਂ ਸਾਡੇ ਔਲਖ ਸਾਹਿਬ ਦੀਆਂ 255 ਵੋਟਾਂ ਰੱਦ ਕੀਤੀਆਂ ਨੇ ਔਰ 51 ਵੋਟਾਂ ਤੇ ਆ ਰਹੇ ਆ। ਤੇ ਰੁਕ ਕਰਾਂਗੇ ਰੂਪਨਗਰ ਦੇ ਵੱਲ। ਰੂਪਨਗਰ ਦੇ ਵਿੱਚ ਇੱਕ ਅਜਿਹੀ ਦੁਕਾਨ ਖੁੱਲੀ ਹੈ ਜਿਸ ਦੁਕਾਨ ਦੇ ਵਿੱਚੋਂ ਤੁਸੀਂ ਕੋਈ ਵੀ ਸਮਾਨ ਮੁਫਤ ਦੇ ਵਿੱਚ ਲਿਜਾ ਸਕਦੇ ਹੋ। ਜੀ ਹਾਂ, ਇਹ ਦੁਕਾਨ ਰੂਪਨਗਰ ਦੇ ਵਿੱਚ ਖੋਲੀ ਗਈ ਹੈ। ਮਨੁੱਖਤਾ ਦੇ ਭਲੇ ਦੇ ਲਈ ਇਸ ਦੁਕਾਨ ਨੂੰ ਖੋਲ੍ਹਣ ਦਾ ਕਨਸੈਪਟ ਚਲਾਇਆ ਗਿਆ ਹੈ। ਇਸ ਸਾਰੇ ਕਨਸੈਪਟ ਦੇ ਵਿੱਚ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਮੁਫਤ ਕੁਝ ਵੀ ਉਹ ਲੈ ਜਾਣ ਉਹਨਾਂ ਨੂੰ ਦੇ ਦਿੱਤਾ ਜਾਏਗਾ ਅਤੇ ਇਸ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਤਕਨੀਕ ਅਪਣਾਈ ਗਈ ਹੈ ਕਿ ਕੁਝ ਇਸ ਸਾਰੇ ਸਿਸਟਮ ਨੂੰ ਚਲਾਉਣ ਵਾਲੇ ਕਹਿ ਰਹੇ ਨੇ ਉਸ ਨੂੰ। ਹਾਂਜੀ, ਮੈਂ ਧਰੂਪ ਨਾਰੰਗ ਜੀ, ਨੈਣਾ ਜੀਵਨ ਜੋਤੀ ਕਲੱਬ ਵੱਲੋਂ ਸੇਵਾ ਨਿਭਾ ਰਹੇ ਹਾਂ। ਅਸੀਂ ਕਿਸ ਤਰ੍ਹਾਂ ਦੀ ਸੇਵਾ ਕਰ ਰਹੇ ਹੋ? ਕੀ ਤੁਸੀਂ ਜਿਹੜਾ ਹੈਗਾ ਵਿਲੱਖਣ ਕਰ ਰਹੇ ਹੋ ਉੱਥੇ? ਅਸੀਂ ਜਿਹੜੀ ਆਪਣੀ ਦੁਕਾਨ ਦੇ ਨਾਮ ਤੇ ਸੇਵਾ ਸ਼ੁਰੂ ਕੀਤੀ ਹੋਈ ਹੈ, ਜਿਹੜੇ ਕਿ ਅੱਜ ਇਹਨੂੰ 4 ਸਾਲ ਪੂਰੇ ਹੋ ਚੁੱਕੇ ਹਨ। ਇਸ ਸੇਵਾ ਦੇ ਵਿੱਚ ਅਸੀਂ ਪਿਛਲੇ 4 ਸਾਲਾਂ ਤੋਂ ਜਿਹੜਾ ਵੀ ਜ਼ਰੂਰਤਮੰਦ ਹੈ ਉਹਨੂੰ ਇਹ ਸੇਵਾ ਫ੍ਰੀ ਆਫ ਕੋਸਟ ਉਰੇ ਤੋਂ ਸਮਾਨ ਦਿੰਦੇ ਆ। ਇਹ ਸਾਰਾ ਸਮਾਨ ਇਲਾਕੇ ਦੇ ਵਿੱਚ ਜਿਹੜੇ ਵੀ ਉਰੇ ਨੇੜੇ ਤੇੜੇ ਦੇ ਹੈਗੇ ਆ ਉਹ ਸਾਨੂੰ ਇੱਥੇ ਸਮਾਨ ਫ੍ਰੀ ਆਫ ਕੋਸਟ ਦੇ ਜਾਂਦੇ ਆ। ਉਹ ਸਮਾਨ ਨੂੰ ਅਸੀਂ ਜਿਹੜਾ ਵੀ ਵਰਤਣਯੋਗ ਸਮਾਨ ਆ ਉਹ ਸਮਾਨ ਅਸੀਂ ਉਰੇ ਦੁਕਾਨ ਦੇ ਵਿੱਚ ਡਿਸਪਲੇ 'ਚ ਲਾ ਦਿੰਦੇ ਆ ਤੇ ਜਿਹੜਾ ਵੀ ਉਹਦਾ ਜ਼ਰੂਰਤਮੰਦ ਹੁੰਦਾ ਜਿਹਨੂੰ ਵੀ ਉਸ ਚੀਜ਼ ਦੀ ਲੋੜ ਹੈ ਆਪਣੀ ਛਾਂਟ ਕੇ ਉਹ ਸਮਾਨ ਇੱਥੋਂ ਫ੍ਰੀ ਆਫ ਕੋਸਟ ਲੈ ਜਾਂਦਾ। ਸਰ ਬੇਸਿਕਲੀ ਜਿਹੜਾ ਅਸੀਂ ਆਪਣੇ ਸੋਸ਼ਲ ਲਾਈਫ ਦੇ ਵਿੱਚ ਦੇਖਦੇ ਹਾਂ ਕਿ ਰਸਤੇ ਦੇ ਵਿੱਚ ਲੋਕਾਂ ਦੇ ਕਿਸੇ ਦੇ ਕੱਪੜੇ ਫਟੇ ਹੋਏ ਹੈਗੇ ਆ ਜਾਂ ਸਾਡੇ ਕੋਲ ਕੰਮ ਕਰਨ ਵਾਲੀਆਂ ਹੈਗੀਆਂ ਜਾਂ ਭੀਖ ਮੰਗਣ ਵਾਲੇ ਬੈਗਰਸ ਹੈਗੇ ਆ, ਤਾਂ ਅਸੀਂ ਇਹ ਸੋਚਿਆ ਕਿ ਕੁਝ ਇਸ ਤਰ੍ਹਾਂ ਦਾ ਪ੍ਰੋਜੈਕਟ ਲਗਾਇਆ ਜਾਵੇ ਕਿ ਇਹਨਾਂ ਦੀ ਮਦਦ ਹੋ ਸਕੇ। ਅਤੇ ਉਸ ਦੇ ਵਿੱਚ ਜਿਹੜਾ ਸੀ ਸਾਡਾ ਮੇਨ ਪਲੇਟਫਾਰਮ ਜਿਹੜਾ ਸੀ ਨੇਤਰਦਾਨ ਦਾ ਸੀਗਾ, ਨੈਣਾ ਜੀਵਨ ਜੋਤੀ ਕਲੱਬ ਜੋ ਸਾਡਾ ਹੈ, ਉਸ ਦੇ ਨਾਲ ਹੀ ਸਾਡਾ ਇੱਕ ਕਨਸੈਪਟ ਵੀ ਅਟੈਚ ਕਰ ਗਿਆ ਕਿ ਜਿਵੇਂ ਕਿ ਅੱਖਾਂ ਸਾਡੇ ਵਾਸਤੇ ਵੇਸਟ ਹੋ ਜਾਂਦੀਆਂ ਹੈਗੀਆਂ, ਉਸੇ ਤਰੀਕੇ ਨਾਲ ਅਸੀਂ ਕਿਹਾ ਕਿ ਜੋ ਸਾਡੇ ਘਰਾਂ ਦੇ ਵਿੱਚ ਸਮਾਨ ਪਿਆ ਹੋਇਆ ਉਹ ਵੇਸਟ ਪਿਆ ਹੋਇਆ ਅਤੇ ਸਾਡੇ ਸਟੋਰ ਦੇ ਵਿੱਚ ਪਿਆ ਹੋਇਆ ਅਤੇ ਅਸੀਂ ਇੱਕ ਪਲੇਟਫਾਰਮ ਬਣਾਈ ਹੈ ਜਿੱਥੇ ਲੋਕੀ ਆ ਕੇ ਉਹਨੂੰ ਡੋਨੇਟ ਕਰਨ ਅਤੇ ਉੱਥੋਂ ਫ੍ਰੀ ਆਫ ਕਾਸਟ ਜਿਹੜੇ ਹੈ ਇਸ ਤਰ੍ਹਾਂ ਦੀ ਪਰਸਨਸ ਜਿਹੜੇ ਹੈ ਜਿਨ੍ਹਾਂ ਨੂੰ ਉਹਦੀ ਜ਼ਰੂਰਤ ਹੈਗੀ ਹੈ, ਜ਼ਰੂਰਤਮੰਦ ਲੋਕ ਉੱਥੋਂ ਫ੍ਰੀ ਆਫ ਕਾਸਟ ਲੈ ਕੇ ਜਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਨਹੀਂ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।